1984 ਦੇ ਵਿੱਚ 1 2 3 ਨਵੰਬਰ ਨੂੰ ਆਜ਼ਾਦ ਭਾਰਤ ਦੇ ਅੰਦਰ ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ ਸੀ। ਇਸਤਰੀਆਂ ਨਾਲ ਬਲਾਤਕਾਰ ਕੀਤੇ, ਸਿੱਖਾਂ ਦੀ ਜਾਇਦਾਦ ਲੁੱਟੀ ਗਈ ਔਰ ਸਾਰਾ ਕੁਝ ਸਰਕਾਰੀ ਸਰਪ੍ਰਸਤੀ ਦੇ ਵਿੱਚ ਹੋਇਆ। ਕਿਵੇਂ ਗੱਡੀਆਂ ਦੇ ਵਿੱਚੋਂ, ਕਿਵੇਂ ਘਰਾਂ ਦੇ ਵਿੱਚੋਂ, ਕਿਵੇਂ ਦੁਕਾਨਾਂ ਦੇ ਵਿੱਚੋਂ ਸਿੱਖਾਂ ਨੂੰ ਬਾਹਰ ਲਿਆ ਕੇ ਗਲ ਦੇ ਵਿੱਚ ਟਾਇਰ ਪਾ ਕੇ ਬੜੀ ਹੀ ਕਰੂਰਤਾ ਦੇ ਨਾਲ ਜਿਹੜਾ ਹੈ ਉਹ ਕਤਲ ਕੀਤਾ ਗਿਆ। ਸਿੱਖਾਂ ਦੀ ਪੂਰੀ ਕੌਮ ਨੂੰ ਖਤਮ ਕਰਨ ਦੇ ਲਈ ਇਹ ਇੱਕ ਨਸਲਕੁਸ਼ੀ ਜਿਹੜੀ ਹੈ ਉਸ ਵਕਤ ਦੀ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਸੀ ਉਹਦੀ ਸਰਪ੍ਰਸਤੀ ਦੇ ਵਿੱਚ ਭਾਰਤ ਭਰ ਦੇ ਵਿੱਚ ਹੋਈ। ਉਸੇ ਹੀ ਨਸਲਕੁਸ਼ੀ ਦੇ ਦੋਸ਼ੀ ਇੱਕ ਕਾਂਗਰਸੀ ਆਗੂ ਟਾਈਟਲਰ ਨੂੰ ਕਾਂਗਰਸ ਪਾਰਟੀ ਵੱਲੋਂ ਉੱਚਾ ਅਹੁਦਾ ਦੇਣਾ, ਜ਼ਖਮਾਂ ਦੇ ਉੱਤੇ ਲੂਣ ਭੁੱਕਣ ਵਾਲੀ ਗੱਲ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਤੇ 2 ਨਵੰਬਰ ਤੇ 3 ਨਵੰਬਰ ਇਹ ਜਿਹੜੇ ਦਿਨ ਹੈ ਇਹ ਸਿੱਖ ਕੌਮ ਦੇ ਲਈ ਬਹੁਤ ਅਸਹਿ ਹੈ, ਕਿਉਂਕਿ 1984 ਦੇ ਵਿੱਚ 1 2 3 ਨਵੰਬਰ ਨੂੰ ਆਜ਼ਾਦ ਭਾਰਤ ਦੇ ਅੰਦਰ ਜਿਹੜਾ ਦੁਨੀਆ ਦਾ ਆਪਣੇ ਆਪ ਨੂੰ ਸਭ ਤੋਂ ਵੱਡਾ ਡੈਮੋਕ੍ਰੈਟਿਕ ਕੰਟਰੀ ਅਖਵਾਉਂਦਾ ਹੈ, ਦਿੱਲੀ ਦੇ ਵਿੱਚ, ਬਕਾਰੋ ਦੇ ਵਿੱਚ, ਕਾਨਪੁਰ ਦੇ ਵਿੱਚ ਤੇ ਹੋਰ ਬਹੁਤ ਸਾਰੇ ਭਾਰਤ ਦੇ ਸ਼ਹਿਰਾਂ ਦੇ ਵਿੱਚ ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ ਸੀ। ਇਸਤਰੀਆਂ ਨਾਲ ਬਲਾਤਕਾਰ ਕੀਤੇ, ਸਿੱਖਾਂ ਦੀ ਜਾਇਦਾਦ ਲੁੱਟੀ ਗਈ ਔਰ ਸਾਰਾ ਕੁਝ ਸਰਕਾਰੀ ਸਰਪ੍ਰਸਤੀ ਦੇ ਵਿੱਚ ਹੋਇਆ। ਜੋ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਦਿੱਲੀ ਦੇ ਅੰਦਰ, ਉਹਦੀ ਸਰਪ੍ਰਸਤੀ ਦੇ ਵਿੱਚ ਇਹ ਸਾਰਾ ਕੁਝ ਹੋਇਆ। ਏਡੇ ਵੱਡੇ ਡੈਮੋਕ੍ਰੇਟਿਕ ਮੁਲਕ ਦੇ ਅੰਦਰ ਰਾਜ ਕਰ ਰਹੀ ਸਰਕਾਰ ਤੇ ਰਾਜ ਕਰ ਰਹੀ ਪਾਰਟੀ ਦੀ ਸ਼ਹਿ ਦੇ ਉੱਤੇ ਕਤਲੇਆਮ ਹੋਣਾ, ਨਸਲਕੁਸ਼ੀ ਹੋਣੀ, ਇਸ ਤੋਂ ਵੱਧ ਮਾੜਾ ਕੋਈ ਹੋ ਨਹੀਂ ਸਕਦਾ ਹੈ। 1 2 3 ਨਵੰਬਰ ਨੂੰ ਅਸੀਂ ਇਸ ਨਸਲਕੁਸ਼ੀ ਨੂੰ ਯਾਦ ਕਰਦੇ ਹਾਂ ਕਿ ਕਿਵੇਂ ਸਿੱਖਾਂ ਦੀ ਪੂਰੀ ਕੌਮ ਨੂੰ ਖਤਮ ਕਰਨ ਦੇ ਲਈ ਇਹ ਇੱਕ ਨਸਲਕੁਸ਼ੀ ਜਿਹੜੀ ਹੈ ਉਸ ਵਕਤ ਦੀ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਸੀ ਉਹਦੀ ਸਰਪ੍ਰਸਤੀ ਦੇ ਵਿੱਚ ਭਾਰਤ ਭਰ ਦੇ ਵਿੱਚ ਹੋਈ। ਔਰ ਅੱਜ ਜਦੋਂ ਅਸੀਂ 1 2 3 ਨਵੰਬਰ ਨੂੰ ਉਸ ਨਸਲਕੁਸ਼ੀ ਦੇ ਵਿੱਚ ਜਿਹੜੇ ਵਿਛੜੇ ਸਾਡੇ ਭੈਣ ਭਰਾ, ਬਜ਼ੁਰਗ, ਮਾਤਾਵਾਂ, ਭੈਣਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਉਸੇ ਹੀ ਨਸਲਕੁਸ਼ੀ ਦੇ ਦੋਸ਼ੀ ਇੱਕ ਕਾਂਗਰਸੀ ਆਗੂ ਟਾਈਟਲਰ ਨੂੰ ਕਾਂਗਰਸ ਪਾਰਟੀ ਵੱਲੋਂ ਉੱਚਾ ਅਹੁਦਾ ਦੇਣਾ, ਇਹ ਮੈਂ ਸਮਝਦਾ ਕਿ ਸਿੱਖਾਂ ਦੇ ਉੱਤੇ ਇੱਕ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਵਾਲੀ ਗੱਲ ਹੋਈ ਹੈ। ਇਹਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਦਿਨ ਸਾਡੇ ਵਾਸਤੇ ਬਹੁਤ ਲੰਘਾਉਣੇ ਔਖੇ ਹੈ ਜਦੋਂ ਅਸੀਂ ਯਾਦ ਕਰਦੇ ਹਾਂ ਉਸ ਕਾਲੇ ਦੌਰ ਨੂੰ ਕਿ ਕਿਵੇਂ ਗੱਡੀਆਂ ਦੇ ਵਿੱਚੋਂ, ਕਿਵੇਂ ਘਰਾਂ ਦੇ ਵਿੱਚੋਂ, ਕਿਵੇਂ ਦੁਕਾਨਾਂ ਦੇ ਵਿੱਚੋਂ ਸਿੱਖਾਂ ਨੂੰ ਬਾਹਰ ਲਿਆ ਕੇ ਗਲ ਦੇ ਵਿੱਚ ਟਾਇਰ ਪਾ ਕੇ ਬੜੀ ਹੀ ਕਰੂਰਤਾ ਦੇ ਨਾਲ ਜਿਹੜਾ ਹੈ ਉਹ ਕਤਲ ਕੀਤਾ ਗਿਆ। ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਮੁਗਲ ਦੌਰ ਦੇ ਅੰਦਰ ਹੋਏ ਇਸ ਤਰ੍ਹਾਂ ਦੇ ਕਤਲੇਆਮ ਪੜ੍ਹਦੇ ਸੀ, ਪਰ ਉਦੋਂ ਤਾਨਾਸ਼ਾਹੀ ਸੀ, ਡਿਕਟੇਟਰਸ਼ਿਪ ਸੀ। ਲੇਕਿਨ ਡੈਮੋਕ੍ਰੈਟਿਕ ਕੰਟਰੀ ਦੇ ਅੰਦਰ ਔਰ ਆਪਣੇ ਆਪ ਨੂੰ ਆਜ਼ਾਦ ਕਹਾਉਂਦੇ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਕਤਲੇਆਮ ਹੋਣਾ, ਇਸ ਤਰ੍ਹਾਂ ਦਾ ਘਿਨਾਉਣਾ ਜਿਹੜਾ ਹੈ, ਵਹਿਸ਼ਿਆਨਾ ਨੰਗਾ ਨਾਚ ਨੱਚਿਆ ਜਾਣਾ ਔਰ ਉਹ ਵੀ ਸਰਕਾਰੀ ਸਰਪ੍ਰਸਤੀ ਦੇ ਅੰਦਰ, ਉਹ ਵੀ ਸਰਕਾਰੀ ਫੋਰਸਾਂ ਦੀ ਨਿਗਾਹਬਾਨੀ ਦੇ ਅੰਦਰ, ਇਸ ਤੋਂ ਵੱਡਾ ਸ਼ਰਮਨਾਕ ਸਾਕਾ ਜਿਹੜਾ ਹੈ ਕੋਈ ਹੋ ਨਹੀਂ ਸਕਦਾ ਹੈ। ਇਹ ਸਾਡੇ ਦਿਲਾਂ ਦੇ ਉੱਤੇ ਉਕਰਿਆ ਹੈ। 1 2 3 ਨਵੰਬਰ ਦਾ ਜਿਹੜਾ ਨਸਲਕੁਸ਼ੀ ਦਾ ਇਹ ਕਾਂਡ ਹੈ, ਸਾਕਾ ਹੈ, ਇਹ ਹਰ ਇੱਕ ਸਿੱਖ ਦੇ ਦਿਲਾਂ ਦੇ ਉੱਤੇ ਉਕਰਿਆ ਹੈ ਔਰ ਹਰ 1 2 3 ਨਵੰਬਰ ਨੂੰ ਇਹ ਫੁੱਟਦਾ ਹੈ, ਨਸੂਰ ਜਿਹੜਾ ਹੈ ਫੁੱਟਦਾ ਹੈ। ਤੇ ਇਸ ਵਾਰ ਇਸ ਫੁੱਟੇ ਹੋਏ ਨਸੂਰ ਦੇ ਉੱਤੇ ਟਾਈਟਲਰ ਦੀ ਨਿਯੁਕਤੀ ਕਰਕੇ ਕਾਂਗਰਸ ਨੇ, ਜਿਹੜੀ ਦਿੱਲੀ ਦੀ ਕਾਂਗਰਸ ਹੈ, ਉਸਨੇ ਲੂਣ ਜਿਹੜਾ ਹੈ ਉਹ ਸਿੱਖ ਹਿਰਦਿਆਂ ਦੇ ਉੱਤੇ ਹੋਏ ਜ਼ਖਮਾਂ ਦੇ ਉੱਤੇ ਛਿੜਕਣ ਦਾ ਜਿਹੜਾ ਉਹ ਯਤਨ ਕੀਤਾ,
ਬਹੁਤ ਹੀ ਬੇਹੱਦ ਮੰਦਭਾਗਾ ਇਹ ਵਰਤਾਰਾ ਹੈ। ਅਸੀਂ तमाम ਉਹਨਾਂ ਸਿੱਖਾਂ ਨੂੰ ਜਿਹਦੇ ਵਿੱਚ ਮਾਤਾਵਾਂ, ਭੈਣਾਂ, ਬਜ਼ੁਰਗ, ਬੱਚੇ ਆਦਿਕ ਇਹਨਾਂ ਦਿਨਾਂ ਦੇ ਅੰਦਰ ਸਾਡੇ ਤੋਂ ਦੂਰ ਹੋਏ, ਸਰੀਰ ਨੂੰ ਛੱਡ ਗਏ, ਇਸ ਜ਼ੁਲਮੀ ਹਕੂਮਤ ਦੀ ਵਜ੍ਹਾ ਕਰਕੇ ਜੋ ਉਸ ਵਕਤ ਦੇ ਅੰਦਰ ਰਾਜ ਕਰ ਰਹੀ ਸੀ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।